ਸ਼ਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਗੁਰੂ ਮਾਨਿਓ ਗ੍ਰੰਥ ਗੁਰਮਤਿ ਸਮਾਗਮ ਦੇ ਵਿੱਚ ਗੁਰੂ ਘਰ ਦੇ ਢਾਡੀਆਂ, ਰਾਗੀਆਂ, ਕਥਾਵਾਚਕਾਂ ਦੇ ਪਾਸੋਂ ਗੁਰਮਤਿ ਅਤੇ ਗੁਰ ਇਤਿਹਾਸ ਤੇ ਗੁਰੂ ਕੇ ਸਿੱਖਾਂ ਦਾ ਇਤਿਹਾਸ ਸਰਵਣ ਕਰ ਰਹੇ ਹੋ। ਸਿੱਖ ਇਤਿਹਾਸ ਦੇ ਵਿੱਚ ਸਾਲ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਦਿਨ ਹੋਏ ਜਿਸ ਦਿਨ ਕੋਈ ਵੱਡੀ ਇਤਿਹਾਸਕ ਘਟਨਾ ਨਾ ਵਾਪਰੀ ਹੋਵੇ। ਅੱਜ ਜੋ ਨਾਨਕਸ਼ਾਹੀ ਕੈਲੰਡਰ ਹੈ ਉਹਦੇ ਅਨੁਸਾਰ ਕੱਤਕ ਸੁਦੀ ਪੰਚਮੀ, ਕੱਤਕ ਦੀ ਸੁਦੀ ਪੰਚਮੀ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਪਿਆਨਾ ਕੀਤੇ ਸਨ ਹਜ਼ੂਰ ਸਾਹਿਬ ਵਿਖੇ। ਤੋ ਅੱਜ ਦਸਵੇਂ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਹੈ, ਸੱਚਖੰਡ ਪਿਆਨਾ ਕਰਨ ਦਾ ਦਿਹਾੜਾ ਵੀ ਹੈ, ਜਿਹਦੇ ਨਾਲ ਇੱਕ ਇਤਿਹਾਸ, ਸਿੱਖ ਇਤਿਹਾਸ ਦਾ ਬਹੁਤ ਵੱਡਾ ਅਤੇ ਡੂੰਘਾ ਸੰਬੰਧ ਹੈ। ਕਿਉਂਕਿ ਦਸਵੇਂ ਪਾਤਸ਼ਾਹ ਤੋਂ ਬਾਅਦ ਜਿਹੜੀ ਗੁਰਿਆਈ ਦੀ ਪ੍ਰਥਾ ਹੈ, ਜਿਹੜੀ ਦੇਹ ਰੂਪ ਦੇ ਵਿੱਚ ਚੱਲ ਰਹੀ ਸੀਗੀ, ਉਹ ਉਸ ਰੂਪ ਦੇ ਵਿੱਚ ਅੱਗੇ ਨਹੀਂ ਗਈ। ਪਾਤਸ਼ਾਹ ਨੇ ਜਿਹੜੀ ਗੁਰਿਆਈ ਉਹ ਆਪਣੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਕੱਤਕ ਸੁਦੀ ਦੂਜ ਵਾਲੇ ਦਿਨ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਨੂੰ ਸਾਂਝੇ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ। ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਪਾਤਸ਼ਾਹ ਨੇ ਜਦੋਂ ਸੱਚਖੰਡ ਪਿਆਨਾ ਕਰਨ ਦੇ ਸੰਬੰਧ ਦੇ ਵਿੱਚ ਆਪਣੇ ਸਿੱਖਾਂ ਨੂੰ ਦੱਸਿਆ, ਤਾਂ ਸਿੱਖਾਂ ਨੇ ਪਾਤਸ਼ਾਹ ਨੂੰ ਇਹ ਸਵਾਲ ਕੀਤਾ ਕਿ ਪਾਤਸ਼ਾਹ, ਆਪ ਤੋਂ ਪਹਿਲਾਂ ਸਾਰੀਆਂ ਪਾਤਸ਼ਾਹੀਆਂ ਨੇ ਆਪਣੇ ਜਾਣ ਤੋਂ ਪਹਿਲਾਂ ਅਗਲੇ ਗੁਰੂ ਦੀ 10 ਸਿੱਖਾਂ ਨੂੰ ਪਾਈ। ਆਪ ਜੀ ਸਾਨੂੰ ਕਿਹੜੇ ਗੁਰੂ ਦੇ ਪੱਲੇ ਲਾ ਕੇ ਚੱਲੇ? ਤਾਂ ਉਸ ਵਕਤ ਪਾਤਸ਼ਾਹ ਨੇ ਜਿਹੜੀ ਕੱਤਕ ਦੀ ਮੱਸਿਆ ਹੁੰਦੀ, ਕੱਤਕ ਦੀ ਮੱਸਿਆ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਸ਼ੁਰੂ ਕਰਵਾਇਆ। ਕੱਤਕ ਦੀ ਮੱਸਿਆ ਵਾਲੇ ਦਿਨ ਬਹੁਤ ਕਰਕੇ ਦੀਵਾਲੀ ਹੁੰਦੀ, ਦੀਪਮਾਲਾ ਹੁੰਦੀ, ਪਰ ਕਈ ਵਾਰ ਨਹੀਂ ਵੀ ਹੁੰਦੀ। ਜਿਸ ਤਰ੍ਹਾਂ ਇਸ ਵਾਰ ਸੀਗਾ, ਜਿਹੜੀ ਮੱਸਿਆ ਉਸ ਤੋਂ ਦੀਵਾਲੀ ਇੱਕ ਦਿਨ ਪਹਿਲਾਂ ਸੀ, ਪਰ ਉਸ ਵਕਤ ਆਮ ਕਰਕੇ ਜਿਹੜੀ ਦੀਵਾਲੀ ਉਹ ਕੱਤਕ ਦੀ ਮੱਸਿਆ ਨੂੰ ਹੁੰਦੀ। ਤਾਂ ਪਾਤਸ਼ਾਹ ਨੇ ਉਸ ਮੱਸਿਆ ਵਾਲੇ ਦਿਨ, ਕੱਤਕ ਦੀ ਮੱਸਿਆ ਵਾਲੇ ਦਿਨ ਅਖੰਡ ਪਾਠ ਸ਼ੁਰੂ ਕਰਾਇਆ ਔਰ ਉਹ ਕੱਤਕ ਸੁਦੀ ਦੂਜ ਨੂੰ ਭੋਗ ਪਿਆ। ਤੇ ਜਦੋਂ ਭੋਗ ਤੋਂ ਉਪਰੰਤ ਦੀਵਾਨ ਸਜਿਆ, ਉਸ ਵਕਤ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਭਾਈ ਮਨੀ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ ਹੋਣਾ ਦੀ ਸੇਵਾ ਲਾਈ ਔਰ ਉਸ ਤੋਂ ਬਿਨਾਂ 5 ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਖੜੇ ਕੀਤੇ। ਤੇ ਉਹਨਾਂ 5 ਸਿੰਘਾਂ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ, 5 ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਜੀ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਔਰ ਭਾਈ ਹਰ ਸਿੰਘ ਜੀ। ਇਹ 5 ਸਿੰਘ ਖੜੇ ਕਰਕੇ ਪਾਤਸ਼ਾਹ ਨੇ 5 ਪੈਸੇ ਰੱਖ ਕੇ, ਨਾਰੀਅਲ ਰੱਖ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਾਂਝੇ ਰੂਪ ਦੇ ਵਿੱਚ ਗੁਰਿਆਈ ਦਿੱਤੀ। ਤੋ ਅੱਜ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਵੀ ਹੈ ਤੇ ਆਪਾਂ ਗੁਰੂ ਮਾਨਿਓ ਗ੍ਰੰਥ ਸਮਾਗਮ ਵੀ ਮਨਾ ਰਹੇ। ਤੋ ਇਸ ਪ੍ਰਕਾਰ ਪੰਥ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਲਗਭਗ ਹੀ ਕੋਈ ਦਿਨ ਹੈ ਜਿਸ ਦਿਨ ਕੋਈ ਵੱਡੀ ਇਤਿਹਾਸਕ ਘਟਨਾ ਨਾ ਵਾਪਰੀ ਹੋਵੇ। ਕਿਉਂਕਿ ਇਤਿਹਾਸ ਹੈ ਹੀ ਇੰਨਾ ਸੰਘਣਾ, ਰੋਜ਼ ਦਾ ਇਤਿਹਾਸ ਯਾਦ ਰੱਖਣਾ ਹੀ ਸਿੱਖਾਂ ਦੇ ਲਈ ਵੀ, ਇਵਨ ਪ੍ਰਚਾਰਕਾਂ ਦੇ ਲਈ ਵੀ ਬਹੁਤਾ ਸੌਖਾ ਨਹੀਂ ਹੈ।
ਆਪਾਂ ਸਿੱਖਾਂ ਨੂੰ ਨਾ ਇਕੱਲਾ ਕਹੀਏ, ਪ੍ਰਚਾਰਕਾਂ ਦੇ ਲਈ ਵੀ ਪੂਰਾ ਸਿੱਖ ਇਤਿਹਾਸ ਯਾਦ ਰੱਖਣਾ ਕਿ ਕਿਹੜੇ ਦਿਨ ਕਿਹੜੀ ਘਟਨਾ ਵਾਪਰੀ ਹੈ, ਕੋਈ ਸੁਖਾਲਾ ਕੰਮ ਨਹੀਂ ਹੈ। ਬੇਸ਼ੱਕ ਸਿੱਖਾਂ ਦਾ ਇਤਿਹਾਸ ਬਹੁਤ ਥੋੜ੍ਹੇ ਸਮੇਂ ਦਾ ਹੈ, ਪਰ ਇਤਿਹਾਸਕ ਘਟਨਾਵਾਂ ਬਹੁਤ ਜ਼ਿਆਦਾ। ਉਹਦੇ ਪਰਥਾਏ ਆਪਾਂ ਇੰਡੀਆ ਦੇ ਵਿੱਚ ਬਾਕੀ ਧਰਮਾਂ ਦਾ ਜਾਂ ਹੋਰ ਵੀ ਇਤਿਹਾਸ ਦੇਖ ਲਈਏ, ਉਹਦੇ ਵਿੱਚ ਇੰਨੀਆਂ ਜ਼ਿਆਦਾ ਘਟਨਾਵਾਂ ਨਹੀਂ ਆਉਂਦੀਆਂ, ਕਿਤੇ ਕਿਤੇ ਜਾ ਕੇ ਕੋਈ ਘਟਨਾ ਆਉਂਦੀ। ਸੋ ਇੱਕ ਬੇਨਤੀ ਅੱਜ ਦੇ ਇਤਿਹਾਸ ਦੇ ਸੰਬੰਧ ਦੇ ਵਿੱਚ ਸੀਗੀ। ਦੂਸਰੀ ਬੇਨਤੀ ਮੈਂ ਕਰਨੀ ਕਿ ਜਿਹੜੇ ਗੁਰਮਤਿ ਸਮਾਗਮ ਨੇ ਜਾਂ ਗੁਰੂ ਘਰ ਕਿਉਂ ਆਈਦਾ, ਇਹਦੇ ਸੰਬੰਧ ਦੇ ਵਿੱਚ ਗੁਰੂ ਘਰ ਜਦੋਂ ਕੋਈ ਸਰੀਰ ਕਰਕੇ ਆਉਂਦਾ ਤਾਂ ਉਹਦੇ ਵਿੱਚ 5-6 ਗੱਲਾਂ ਨੇ ਜਿਹਦਾ ਧਿਆਨ ਰੱਖਣਾ ਹੁੰਦਾ, ਜਿਸ ਕਰਕੇ ਜਿਸ ਤਰੀਕੇ ਦੇ ਨਾਲ, ਜਿਸ ਰਹਿਤ ਬਹਿਤ ਦੇ ਵਿੱਚ ਗੁਰੂ ਘਰ ਆਈ। ਸਭ ਤੋਂ ਪਹਿਲਾ ਨੁਕਤਾ ਹੈ ਉਦੇਸ਼ ਦਾ, ਮੰਤਵ ਦਾ। ਤੁਸੀਂ ਗੁਰੂ ਦੀ ਹਜ਼ੂਰੀ 'ਚ ਗੁਰੂ ਘਰ ਕਿਉਂ ਆਉਣਾ? ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ, ਆਬਜ਼ਰਵੇਸ਼ਨ ਹੈਗੀ, ਸਾਰੇ ਗੁਰੂ ਘਰ ਇੱਕੋ ਹੀ ਮੰਤਵ, ਇੱਕੋ ਹੀ ਭਾਵਨਾ ਦੇ ਨਾਲ ਨਹੀਂ ਆਉਂਦੇ। ਬਹੁਤ ਸਾਰੇ ਸਰੀਰ ਵੱਖ-ਵੱਖ ਭਾਵਨਾਵਾਂ ਕਰਕੇ ਆਉਂਦੇ। ਕੁਛ ਸਰੀਰ ਇੱਥੇ ਰੌਣਕ ਦੇਖਣੀ ਆਉਂਦੇ। ਉਹਨਾਂ ਨੂੰ ਪੁੱਛੋ, ਇੰਨਾ ਵੀ ਪੁੱਛੋ ਵੀ ਸਮਾਪਤੀ 'ਤੇ ਹੁਕਮਨਾਮਾ ਹੋਇਆ ਕਿਹੜੇ ਪਾਤਸ਼ਾਹ ਦਾ ਆਇਆ, ਕਿਹੜੇ ਰਾਗ 'ਚ ਹੈ, ਉਹਦਾ ਭਾਵ ਅਰਥ ਜਾਂ ਹੋਰ ਉਹ ਤੋਂ ਬਾਅਦ ਦੀ ਗੱਲ। ਕਈ ਵਾਰ ਇੰਨਾ ਵੀ ਸੁਣਾ ਨਹੀਂ ਹੁੰਦਾ, ਬਹੁਤਿਆਂ ਤੋਂ ਨਹੀਂ ਸੁਣਾ। ਤੇ ਉਹ ਇਸ ਕਰਕੇ ਆਉਂਦੇ ਕਿ ਉਹਨਾਂ ਦੀ ਭਾਵਨਾ ਕੁਛ ਹੋਰ ਹੁੰਦੀ ਆ। ਉਹ ਕੋਈ ਰੌਣਕ ਦੇਖਣਾ ਦਾ, ਕੁਛ ਲੋਕ ਸਿਰਫ ਲੰਗਰ ਪਦਾਰਥ ਕਰਕੇ ਹੀ ਆਉਂਦੇ। ਇਸ ਕਰਕੇ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਪ੍ਰਬੰਧਕਾਂ ਨੂੰ ਆਪਣੇ ਇਸ਼ਤਿਹਾਰ ਦੇ ਉੱਤੇ, ਜਿੱਥੇ ਉਹਨਾਂ ਨੇ ਪ੍ਰਚਾਰਕਾਂ ਦੇ ਨਾਂ ਲਿਖਣੇ ਹੁੰਦੇ, ਉੱਥੇ ਲੰਗਰ ਦੀ ਵੀ ਇੱਕ ਸਪੈਸ਼ਲ ਖਾਨਾ ਜਿਹਾ ਬਣਾਉਣਾ ਪੈਂਦਾ, ਕਿਉਂਕਿ ਕੁਛ ਬੰਦਿਆਂ ਨੇ ਸਿਰਫ ਲੰਗਰ ਕਰਕੇ ਆਉਣਾ ਹੁੰਦਾ ਉੱਥੇ। ਉਹਨਾਂ ਦੀ ਬਹੁਤੀ ਭਾਵਨਾ ਵੀ ਲੰਗਰ 'ਚ ਪਦਾਰਥ ਕਿਹੜੇ, ਉਹਦੇ ਕਰਕੇ ਹੀ ਆਉਂਦੇ। ਤੋ ਪਾਤਸ਼ਾਹ ਦੇ ਹਜ਼ੂਰ ਆਈ ਦਾ ਕਿਉਂ ਆ? ਪਾਤਸ਼ਾਹ ਦੋ ਗੱਲਾਂ ਕਹਿੰਦੇ ਨੇ ਕਿ ਕਿਉਂ ਆਉਣਾ ਹੈ। ਇੱਕ ਇਸ ਕਰਕੇ ਆਉਣਾ ਹੈ ਕਿ ਇੱਥੋਂ ਸੋਝੀ ਪ੍ਰਾਪਤ ਕਰਨਾ। ਦੂਸਰਾ ਇਸ ਕਰਕੇ ਆਉਣਾ ਹੈ ਕਿ ਇੱਥੇ ਅਕਾਲ ਦੀ ਉਸਤਤ, ਉਸ ਪਰਮੇਸ਼ਰ ਦੀ ਉਸਤਤ ਕਰਨੀ ਸੰਗਤੀ ਰੂਪ 'ਚ। ਇਹ ਦੋ ਭਾਵਨਾਵਾਂ ਨੇ ਮੁੱਖ ਰੂਪ ਦੇ ਵਿੱਚ, ਜਿਹਦੇ ਕਰਕੇ ਸਿੱਖ ਗੁਰੂ ਦੀ ਹਜ਼ੂਰੀ ਚਾਹੁੰਦੇ। ਤੁਸੀਂ ਬਹੁਤ ਸਾਰੇ ਸਿੱਖ ਹੋ ਜਿਹੜੇ ਇੱਥੇ ਦੀਵਾਨ ਦੇ ਵਿੱਚ ਬੈਠੇ ਹੋ, ਪਰ ਕੁਝ ਸਿੱਖ ਨੇ ਜਿਹੜੇ ਦੀਵਾਨ ਤੋਂ ਬਾਹਰ ਸੇਵਾ ਕਰਦੇ ਨੇ। ਤੋ ਤੀਸਰੀ ਪ੍ਰਵਾਨਗੀ ਉਹਨਾਂ ਸਿੱਖਾਂ ਨੂੰ ਆ ਜਿਹੜੇ ਇਹਨਾਂ ਸਮਾਗਮਾਂ ਦੇ ਪਰਥਾਏ, ਗੁਰੂ ਦੇ ਆਈ ਸੰਗਤ ਦੇ ਪਰਥਾਏ ਸੇਵਾ 'ਚ ਹਾਜ਼ਰ ਹੁੰਦੇ ਨੇ। ਸੋ ਗੁਰੂ ਘਰ ਦੇ ਵਿੱਚ ਆਇਆ ਉਹਨਾਂ ਸਿੱਖਾਂ ਦਾ ਪ੍ਰਵਾਨ ਹੁੰਦਾ ਜਿਹੜਾ ਭਾਵਨਾ ਕਰਕੇ ਸੋਝੀ ਪ੍ਰਾਪਤ ਕਰਨਾ ਦਾ, ਜਾਂ ਉਸ ਅਕਾਲ ਦੀ ਉਸਤਤ ਕਰਨਾ ਦਾ, ਜਾਂ ਸੇਵਾ ਕਰਨਾ। ਅੱਜ ਕੱਲ੍ਹ ਇੱਕ ਮੈਂ ਗੱਲ ਹੋਰ ਦੇਖਦਾ ਕਿ ਬਹੁਤ ਸਾਰੇ ਸਿੱਖ ਗੁਰੂ ਘਰ ਇਸ ਕਰਕੇ ਆਉਂਦੇ ਨੇ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਪਰਿਵਾਰਕ ਜਾਂ ਪੇਸ਼ਾਵਰ ਮੰਗਾਂ ਹੁੰਦੀਆਂ ਨੇ। ਉਹ ਗੁਰੂ ਘਰ ਸਿਰਫ ਅਰਦਾਸ ਕਰਨ, ਆਪਣੀਆਂ ਮੰਗਾਂ ਮੰਨਣ ਹੀ ਆਉਂਦੇ ਨੇ। ਔਰ ਇਹਨੂੰ ਉਹਨਾਂ ਨੂੰ ਲੱਗਦਾ ਕਿ ਇਹ ਅਸੀਂ ਵਾਕਿਆ ਹੀ ਬਹੁਤ ਕੋਈ ਗੁਰਮਤਿ ਅਨੁਸਾਰੀ ਗੱਲ ਕਰ ਰਹੇ ਹਾਂ। ਹਾਲਾਂਕਿ ਗੁਰੂ ਘਰ ਦੇ ਵਿੱਚ ਜਿਹੜਾ ਇੱਕ ਸਿੱਖ ਹੈ, ਉਹ ਦੋ ਚੀਜ਼ਾਂ ਬੁਨਿਆਦੀ ਰੂਪ 'ਚ ਗੁਰੂ ਕੋਲੋਂ ਮੰਗ ਸਕਦਾ ਹੈ। ਇੱਕ ਇਹ ਮੰਗ ਸਕਦਾ ਹੈ ਕਿ ਪਾਤਸ਼ਾਹ ਮੇਰੀ ਰਹਿਤ ਦੀ ਪਰਪੱਕਤਾ ਬਖਸ਼ਿਸ਼ ਕਰੋ, ਦੂਸਰੀ ਮੇਰੀ ਲਾਜਪਤ ਰੱਖਿਓ। ਬਾਕੀ ਕੁਛ ਵੀ ਦੁਨਿਆਵੀ ਚੀਜ਼ਾਂ ਮੰਗਣੀਆਂ ਨੇ, ਉਹ ਗੁਰੂ ਘਰੋਂ ਹੀ ਪ੍ਰਾਪਤ ਹੋਣੀਆਂ ਨੇ, ਪਰ ਉਹ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੁਛ ਸੇਵਾ, ਕੁਛ ਸਿਮਰਨ ਕਰਨਾ ਪੈਂਦਾ, ਤੇ ਉਹਦੇ ਪਰਥਾਏ ਗੁਰਸਿੱਖਾਂ ਕੋਲੋਂ ਅਰਦਾਸ ਕਰਨ। ਤੋ ਬਿਨਾਂ ਕਿਸੇ ਸੇਵਾ ਤੋਂ, ਬਿਨਾਂ ਕਿਸੇ ਸਿਮਰਨ ਤੋਂ ਅਸੀਂ ਬਹੁਤ ਸਾਰੀਆਂ ਦੁਨਿਆਵੀ ਪਦਾਰਥਾਂ ਦੀਆਂ ਮੰਗਾਂ ਮੰਨਣਾ ਨੇ, ਤੇ ਉਹ ਸਾਨੂੰ ਲੱਗਦਾ ਕਿ ਸ਼ਾਇਦ ਠੀਕ ਹੀ ਆ, ਪਰ ਬਹੁਤ ਹੀ ਗੁਰੂ ਘਰ 'ਚ ਪ੍ਰਵਾਹ ਨਹੀਂ। ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਗੁਰੂ ਘਰ ਆਉਣ ਲਈ ਹੈ, ਉਹ ਹੈਗੀ ਕਿ ਜਦੋਂ ਤੁਸੀਂ ਗੁਰੂ ਘਰ ਆਉਣੇ, ਤੁਸੀਂ ਆਪਣੀ ਭਾਵਨਾ ਦੇ ਵਿੱਚ ਇਸ਼ਟ ਕਿਹਨੂੰ ਮੰਨ ਕੇ ਆਉਣੇ। ਬਹੁਤੀ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਗੁਰੂ ਘਰ ਦੇ ਵਿੱਚ ਇਸ਼ਟ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਵਾਇਮਾਨ ਹੈ,
ਜਾਂ ਪੰਥ ਦੇ ਰੂਪ ਦੇ ਵਿੱਚ ਪੰਜ ਸਿੰਘ ਸਾਹਿਬਾਨ ਸਭਾਏਮਾਨ ਹੁੰਦੇ ਆ, ਪਰ ਬਹੁਤ ਸਾਰੇ ਲੋਕ ਭਾਵਨਾ ਕਰਕੇ ਕਿਸੇ ਇੱਕ ਮਨੁੱਖ ਨੂੰ ਮੁੱਖ ਰੱਖ ਕੇ ਉਸ ਦੀਵਾਨ 'ਚ ਆਉਂਦੇ। ਹਾਲਾਂਕਿ ਉਹ ਭਾਵਨਾ ਫੜੀ ਨਹੀਂ ਜਾ ਸਕਦੀ ਹੈ, ਪਰ ਜਿਹੜੇ ਭਾਵਨਾ ਕਰਕੇ ਕਿਸੇ ਵੀ ਸਰੀਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਮੁੱਖ ਮੰਨ ਕੇ ਆਉਂਦੇ ਆ, ਉਹ ਵੀ ਸੰਗਤ ਦੇ ਵਿੱਚ ਆਏ ਬਹੁਤੇ ਪ੍ਰਵਾਨ। ਤੀਸਰੀ ਗੱਲ ਹੈਗੀ ਪੂਜਾ ਦੀ, ਉਪਾਸਨਾ ਦੀ, ਕਿ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ ਆਨੇ ਕਿ ਪੂਜਾ ਉਪਾਸਨਾ ਦਾ ਜਿਹੜਾ ਤਰੀਕਾ ਹੈ ਉਹ ਕਿਹੜਾ ਪ੍ਰਵਾਨ। ਗੁਰੂ ਘਰ ਦੇ ਵਿੱਚ ਪੂਜਾ ਦਾ ਤਰੀਕਾ ਇੱਕੋ ਹੀ ਪ੍ਰਵਾਨ ਹੈ, ਅਕਾਲ ਪੁਰਖ ਦਾ ਜਸ ਗਾਣ ਦਾ, ਉਸ ਦੀ ਅਰਾਧਨਾ ਦਾ, ਉਹ ਵੀ ਸੰਗਤੀ ਰੂਪ 'ਚ। ਜਿਸ ਤਰ੍ਹਾਂ ਆਪਣੀ ਸਵੇਰ ਦੀ ਨਿਤਨੇਮ ਹੈ, ਪੰਜ ਬਾਣੀਆਂ ਆਪਾਂ ਪੜ੍ਹਦੇ ਹਾਂ, ਉਹ ਸਾਡੀ ਸਾਖੀ ਰਹਿਤ ਦਾ ਨਿਤਨੇਮ ਹੈ। ਗੁਰੂ ਘਰ ਅਸੀਂ ਸੰਗਤੀ ਰਹਿਤ ਦਾ ਨਿਤਨੇਮ ਕਰਨਾ ਨੇ, ਜਿਵੇਂ ਕਿ ਆਸਾ ਕੀ ਬਾਤ। ਮੈਂ 100 ਸਾਲ ਪਹਿਲਾਂ ਦੀ ਇੱਕ ਲਿਖਤ ਪੜ੍ਹਦਾ ਸੀਗਾ, ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੀ ਲਿਖੀ ਹੋਈ। ਉਹਨਾਂ ਨੇ ਸੰਤ ਆਇਆ ਸਿੰਘ ਹੁਣਾਂ ਦੀ ਇੱਕ ਬਚਨ ਦਾ ਜ਼ਿਕਰ ਕੀਤਾ। ਉਹ ਕਹਿੰਦੇ ਕਿ ਦਰਬਾਰ ਸਾਹਿਬ ਕੁਛ ਲੋਕ ਆਉਂਦੇ ਨੇ, ਦਰਬਾਰ ਸਾਹਿਬ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਅਤੇ ਉਹ ਲੋਕ ਆਪਣੀ ਜਿਹੜੀ ਨਿਜ ਰਹਿਤ ਦੀ ਬਾਣੀ ਆ ਜਾਂ ਕੋਈ ਨਿਜ ਰਹਿਤ ਦੇ ਸ਼ਬਦ ਦਾ ਅਭਿਆਸ ਕਰਦੇ ਹਨ। ਉਹ ਕਹਿੰਦੇ ਇਹ ਇਸ ਤਰ੍ਹਾਂ, ਜਿਸ ਤਰ੍ਹਾਂ ਜੇ ਮੀਂਹ ਵਰ ਰਿਹਾ ਹੋਵੇ, ਵਰ ਰਹੇ ਮੀਂਹ ਦੇ ਵਿੱਚ ਕੋਈ ਖੂਹ ਗੇੜ ਕੇ ਨਾ ਆਏ। ਸੋ ਜਿਹੜੇ ਗੁਰੂ ਘਰ ਨੇ ਇਹ ਸੰਗਤੀ ਪੂਜਾ, ਸੰਗਤੀ ਉਪਾਸਨਾ, ਅਰਾਧਨਾ ਦੇ ਸਥਾਨ ਨੇ, ਤੇ ਜੋ ਸੰਗਤੀ ਰੂਪ ਦੇ ਵਿੱਚ ਗੁਰੂ ਦੇ ਹਜ਼ੂਰ ਤੋਂ ਸੇਵਾ, ਗੁਰੂ ਦੇ ਹਜ਼ੂਰ ਤੋਂ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਬਾਣੀ ਦਾ ਪ੍ਰਵਾਹ ਚੱਲ ਰਿਹਾ, ਕਥਾ ਦਾ ਪ੍ਰਵਾਹ ਚੱਲ ਰਿਹਾ, ਉਸ ਨੂੰ ਸੁਣਨ, ਸੁਣਾਉਣ, ਸਰਵਣ ਕਰਨਾ। ਉੱਥੇ ਜਾ ਕੇ ਆਪਣੀ ਨਿੱਜੀ ਕੋਈ ਗੱਲ ਕਰਨੀ, ਇਹ ਗੁਰੂ ਘਰ 'ਚ ਪ੍ਰਵਾਨ ਨਹੀਂ। ਦੋ ਚੀਜ਼ਾਂ ਹੋਰ ਨੇ, ਇੱਕ ਹੈ ਪਹਿਨਣ ਦਾ ਤੇ ਦੂਸਰਾ ਹੈ ਖਾਣ ਪੀਣ ਦਾ। ਗੁਰੂ ਘਰ ਦੇ ਵਿੱਚ ਜਦੋਂ ਬਹੁਤ ਦੀਵਾਨ ਦੇ ਵਿੱਚ ਆਈਦਾ, ਕਈ ਵਾਰ ਅਸੀਂ ਦੇਖੀਦਾ ਕਿ ਬਹੁਤ ਸਾਰੇ ਸੱਜਣ ਆ ਕੇ ਸੌਣ ਲੱਗ ਜਾਂਦੇ। ਉਹ ਸੌਣ ਇਸ ਕਰਕੇ ਨਹੀਂ ਲੱਗ ਜਾਂਦੇ ਹੈ ਕਿਉਂਕਿ ਤੇ ਰਾਤ ਦੇ ਅਣੀਂਦਰੇ, ਉਹ ਇਸ ਕਰਕੇ ਲੱਗ ਜਾਂਦੇ ਆ ਕਿ ਉਹਨਾਂ ਨੇ ਜ਼ਰੂਰਤ ਤੋਂ ਜ਼ਿਆਦਾ ਛਕ ਲਿਆ ਹੁੰਦਾ। ਆਮ ਤੌਰ ਦੇ ਉੱਤੇ ਪ੍ਰਬੰਧਕਾਂ ਨੇ ਸਾਰੀ ਸੰਗਤ ਨੂੰ ਅਟਰੈਕਟ ਕਰਨ ਦੇ ਲਈ ਭੋਜਨ ਥੋੜ੍ਹਾ ਤਾਮਸਿਕ ਭਾਰਾ ਬਣਾਇਆ ਹੁੰਦਾ, ਤੇ ਉਹ ਭਾਰਾ ਭੋਜਨ ਛਕ ਕੇ ਤੇ ਸੌਣ ਲੱਗ ਜਾਂਦਾ। ਤਾਂ ਗੁਰੂ ਘਰ ਸੰਗਤ ਦੇ ਵਿੱਚ ਆਉਣਾ ਹੋਏ ਤੇ ਉਹਦੇ ਲਈ ਅਲਪਹਾਰ ਛਕ ਕੇ ਹੀ ਆਉਣਾ ਚਾਹੀਦਾ। ਤੇ ਪਹਿਨਣ ਦਾ ਆਪਾਂ ਨੂੰ ਚਲੋ ਖੈਰ ਪਤਾ ਹੈ ਕਿ ਕਿਸ ਰੂਪ ਦੇ ਵਿੱਚ ਆਪਾਂ ਪਹਿਨ ਕੇ, ਵਸਤਰ ਪਹਿਨ ਕੇ ਆਈਦਾ। ਤਾਂ ਆਖਰੀ ਗੱਲ ਜਿਹੜੀ ਮੈਂ ਕਰਨੀ, ਮੇਰੇ 15 ਕੁ ਮਿੰਟ ਰਹਿੰਦੇ ਨੇ, ਉਹ ਹੈ ਜਿਹੜੀ ਵਿਚਾਰ ਮੇਰੇ ਤੋਂ ਪਹਿਲਾਂ ਢਾਡੀ ਸਿੰਘ ਕਰ ਰਹੇ ਸੀਗੇ 18ਵੀਂ ਸਦੀ ਦੀ, ਕਿ ਕਿਸ ਤਰ੍ਹਾਂ ਬਾਘ ਸਿੰਘ ਹੁਣਾਂ ਨੇ ਤੇ ਭਾਈ ਹਾਟੂ ਸਿੰਘ ਹੁਣਾਂ ਨੇ ਆਪਣੀ ਸੂਰਵੀਰਤਾ ਦੇ ਜੌਹਰ ਅਹਿਮਦ ਸ਼ਾਹ ਅਬਦਾਲੀ ਨੂੰ ਦਿਖਾਏ, ਜਾਂ ਕੱਲ੍ਹ ਵੀ ਜਿਸ ਪ੍ਰਕਾਰ ਢਾਡੀ ਸਿੰਘਾਂ ਨੇ ਅਕਾਲੀ ਫੂਲਾ ਸਿੰਘ ਜੀ ਹੁਣਾਂ ਦਾ ਜਾਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਾਇਆ। ਇਸ ਦੌਰ ਦਾ ਜਿਹੜਾ ਇਤਿਹਾਸ ਹੈ, ਜਦੋਂ ਖਾਲਸੇ ਨੇ ਇਸ ਧਰਤੀ ਦੇ ਉੱਤੇ ਹਲੇਮੀ ਰਾਜ ਪ੍ਰਗਟ ਕੀਤਾ, ਖਾਲਸਾ ਜੀ ਉਹਦਾ ਰਾਜ ਪ੍ਰਗਟ ਕੀਤਾ, ਉਸ ਰਾਜ, ਉਸ ਸਮੇਂ ਦੇ ਨਾਲ ਸੰਬੰਧਿਤ ਇਹ ਇਤਿਹਾਸ ਦੀਆਂ ਸਾਖੀਆਂ ਨੇ। ਅੱਜ ਵੀ ਬਹੁਤੀ ਵਾਰ ਇਹ ਜ਼ਿਕਰ ਚੱਲਦਾ ਕਿ ਖਾਲਸੇ ਦਾ ਰਾਜ ਕਿਵੇਂ ਹੋਏ, ਹਲੇਮੀ ਰਾਜ ਕਿਵੇਂ। ਤਾਂ ਉਸ ਹਲੇਮੀ ਰਾਜ ਨੂੰ ਪ੍ਰਾਪਤ ਕਰਨ ਦੇ ਲਈ ਅੱਜ ਜਾਂ ਭਵਿੱਖ ਦੇ ਵਿੱਚ ਜੋ ਸਾਨੂੰ ਕਰਨਾ ਚਾਹੀਦਾ, ਉਹਦੇ ਸੰਬੰਧੀ ਮੈਂ ਆਪ ਜੀ ਦੇ ਨਾਲ ਕੁਝ ਵਿਚਾਰਾਂ ਕਰਨੀਆਂ। ਇਤਿਹਾਸ ਆਪਾਂ ਸੁਣ ਰਹੇ ਹਾਂ, ਇਤਿਹਾਸ ਇਸ ਕਰਕੇ ਹੀ ਸੁਣਾਇਆ ਜਾਂਦਾ ਕਿ ਇਤਿਹਾਸ ਤੋਂ ਸੁਣ ਕੇ, ਬੀਤੇ ਤੋਂ ਅਸੀਂ ਕੁਝ ਸਮਝ ਪ੍ਰਾਪਤ ਕਰੀਏ, ਸੋਝੀ ਪ੍ਰਾਪਤ ਕਰੀਏ, ਜਿਹਦੇ ਨਾਲ ਸਾਨੂੰ ਭਵਿੱਖ ਦੇ ਜਿਹੜੇ ਨਕਸ਼ ਨੇ, ਭਵਿੱਖ ਦੇ ਜਿਹੜੇ ਰਸਤੇ ਨੇ, ਉਹ ਸਪਸ਼ਟ ਦਿਸਣ। ਜੇ ਕੋਈ ਵੀ ਇਤਿਹਾਸ ਸੁਣਨ ਤੋਂ ਸਾਨੂੰ ਕੋਈ ਭਵਿੱਖ ਦੇ ਲਈ ਰਾਹ ਨਹੀਂ ਮਿਲਦਾ ਹੈ, ਤਾਂ ਉਹ ਕੰਨ ਰੱਸੇ ਹੀ ਹੈ।
वो जिद्दां बाकी कोई होर ड्रामा या होर कोई नाटक चेटक है उस तरह ही तुहाडा इतिहास। जे तुहानूं इतिहास सुनिया अपना निजी या साझा पंथक भविख है जिहड़ा वो स्पष्ट नहीं दिसदा। सो इतिहास दे विच सिखां ने राज किवें लिया या गुरु ग्रंथ साहिब महाराज दे विच राज लैण दे लई जो गल्लां दसीआं ने जिन्नी कि मैनूं सोझी उहदे संबंधी मैं आप जी दे नाल संखेप जी विचार करांगा। जिहड़ा 18वीं सदी का इतिहास है उहदा एक स्रोत भाई रतन सिंह भंगू होना का लिखिया होया श्री गुरु पंथ प्रकाश। तो श्री गुरु पंथ प्रकाश दे विच इसे ही नुकते तो शुरुआत हुंदी है कि सिखां नूं राज किवें मिले, क्योंकि राज 18वीं सदी तक लगभग उन्हां नूं मिलदा सीगा जिहड़े घट्टो घट्ट तिन्नां चों कोई एक शर्त पूरी करे, जां राज उन्हां नूं मिलदा सीगा जिहड़े किसी शाही घराणे दे विच पैदा होए होण, जिहड़े पुश्त दर पुश्त राज करदे होण, जां राज उन्हां दा हुंदा जिन्हां दी किसी एक खित्ते दे विच बहु गिणती हो जाए, जां राज उन्हां दा हुंदा जिन्हां नूं बहु गिणती राज करन दे लई कहे तुसीं साडे बादशाह। तो रतन सिंह भंगू नूं जिहड़ा उस वेले अंग्रेज आफिसर सीगा लुधियाणे दा, उसने पूछा कि ना तुहाडे कोल कदे पहला तुहाडे पुरखियां कोल राज रहा, ना तुहाडी बहु गिणती, ना तुहानूं बहु गिणती ने राज दिता है, ते तुसीं राज किवें बनाया। इस नुकते दे उत्ते ही सारा पंथ प्रकाश। तो जो उहदा उत्तर सीगा वो कहंदा कि ਸਿੰਘਨ पातशाही साह सच्चे दई, कहंदा सानू ये पातशाही सच्चे पातशाह ने दित्ती। कहंदा ये जिहड़ियां दुनियावी शर्तां ने ये साडे ते लागू ही नहीं हुंदियां। सानू पातशाह कह गया कि राज करेगा खालसा, ते सानू ये पातशाही दा वर गुरु दे घर तो मिलिया, सानू ये पातशाही की बख्शिश गुरु ने दी। वो पूछण लगा भी सच्चा पातशाह कौन है, वो दसदा कि गुरु नानक। बस सानू किसी दुनियावी बादशाह ने राज नहीं दिता है, सानू उस दीन दुनी दे मालक दो जहान दे बाली गुरु नानक पातशाह ने सानू राज दिता। ये अज साडे लई समझण दे लई बहुत बुनियादी नुकता है। बेशक राज दुनियावी तौर पर होना है, ਉਹਦੇ ਵਿੱਚ दुनियावी बहुत सारिया हालात ने वो असरअंदाज होंदे ने, पर बुनियादी तौर पर राज की बख्शिश तद होनी है जब पातशाह तुहाडे ते त्रुट। भाई गुरदास जी हुणां दीयां 12 दे विच आंदा जिहड़ी भगत ਧਰੂ ਦੀ आंदी साखी, ਉਹਦੇ ਵਿੱਚ ਉਹ ਪੁੱਛਦੇ ਨੇ ਵੀ ਉਸ ਸਾਖੀ ਦੇ ਵਿੱਚ ਆਉਂਦਾ ਕਿ ਰਾਜ ਕਿਵੇਂ ਪ੍ਰਾਪਤ ਕਰੀਏ। ਉਹਦੇ ਵਿੱਚ ਵੀ ਉਹੀ ਬੁਨਿਆਦੀ ਇੱਕ ਦੋ ਨੁਕਤਿਆਂ ਦੇ ਵਿੱਚ ਗੱਲ ਕਹਿੰਦੇ ਨੇ ਕਿ ਪਰਮੇਸ਼ਰ ਆਰਾਧੀ। ਜਦੋਂ ਉਹ ਆਪਣੀ ਮਾਤਾ ਨੂੰ ਪੁੱਛਦਾ ਜਾ ਕੇ ਤਾਂ ਮਾਤਾ ਇਹ ਉੱਤਰ ਦਿੰਦੀ, ਉਹ ਪੁੱਛਦੇ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਹੋਵਨ ਸਭ ਮੀਤਾ। ਉਹ ਉੱਤਰ ਦਿੰਦੀ परमेश्वर आराधी है जिदू होई है पतित पनीता। ये बुनियादी एक नुकता है जिहड़ा अज बहुत ही वारी असी राज की गल करन वेले भुल जाते। ये जदों अंग्रेज इत्थे आए ने उन्होंने आके ये गल शुरू की कि राज होर चीज़ है, धर्म होर चीज़ है। अज सानू भी बहुतिआं नूं ये लगन लग पिया होया भी जिहड़े राज करन वाले बंदे ने जे ओह धर्मी ना भी होण शायद तां भी चल जाए, पर गुरु घर दे विच ये कदे प्रवान नहीं। अज असी उस विचारधारा तो ग्रसे होने करके ही होया है कि असी बिल्कुल अधर्मी लोगों को भी राज करन दा अपने उत्ते मौका दिता। सो ये गल आपां याद रखिए कि सानू राज की जिहड़ी बख्शिश है वो गुरु घर तो। तीजे पातशाह भी दसदे ने भी राज किद्दां मिलदा। पातशाह कहंदे कि हस्ती सिर ज्यों अंकस है, अहरण ज्यों सिर दे, मन तन आगे राख कै ऊ भी सेव करे, इउं गुरमुख आप निवारिए, सब राज सृष्ट काल। कि राज तद मिलता है जे ऊ भी सेव करिए।
जिस तरह की सेवा गुरु के परथाए आप प्रसंग सुनिया है, या जिस प्रकार तुहाडे नेड़े ही कानूआन का छंभ है, कानूआन के छंभ दे विच राज प्राप्त करन तो पहला गुरु के सिखा ने सेवा की घाल कमाई की सब तो करड़ी प्रीख्या इत्थे दिती। उस प्रीख्या तो साबित कदम होके निकले ने तां पातशाह ने राज की बख्शिश की। जिहड़े इन्नी करड़ी घाल कमाई दे विचों सेवा सिमरन दे नाल आप निवारदे ने, उहदे विचों ही एकता इतफाक निकलना। अज साडी सब तो वड्डी जिहड़ी समस्या दिसदे रूप दे विच हैगी वो ये है कि साडे कोलों राज लैण दे लई जिहड़ी सब तो लोड़ींदी बुनियादी शर्त है एकता ते इतफाक नहीं है। एकता ते इतफाक हौमे वालियां 'च हो नहीं सकदा, ते हौमे नूं खत्म करन दा इक्को तरीका सेवा ते सिमरन। सेवा ते सिमरन होएगा तां उहदे नाल तुहाडा आपा निवारिया जाना। अज छोटियां छोटियां गल्लां ने, श्रोमणी कमेटी की इलैक्शन की गल चलदी, तुहाडे ही एक इलाके के सज्जन का मैनूं फोन आया एक दिन। वो फिक्रमंद सीगा भी जिन्हां ने प्रबंध नूं वधिया करन दा जिन्हां दा दावा है, वो दो धिरां दे आगूआं ने इंटरनेट ते एक दूजे नूं कुछ कहता। ते मैं उन्होंने कहा भी पंजाब दे विच 15 कुछ धिरां हन जिहड़ियां गुरुद्वारा प्रबंध नूं ठीक करन दा दावा करदियां, पर जे उन्होंने पुछो भी उन्होंने किहड़े किसी एक इलाके दे विच कोई आधार है जिथे उन्होंने कोई सेवा दे नाल सिमरन दे नाल किसी संगत दे विच अपनी जगह बनाई हो, उन्होंने 15 धिरां चों किसी का भी किसी इलाके च संगत च कोई आधार नहीं। तो वो जे आ भी जाण प्रबंध दे विच तां वो प्रबंध गुरमत अनुसारी उन्होंने को चलना नहीं। जिस तरह हुण हौमे ते आधारित बंदियां दा प्रबंध है वो उस तरह का ही रह जाना। सो आखिरी नुकता मैं कहना है कि सिखां दे लई जो आने वाला समा, जिस तरह की दुनिया की राजनीति है, जिस तरह इंडिया की राजनीति है, आने 8-10 साल दे विच दुनिया दे विच बहुत वड्डी उथल पुथल होनी शुरू हो चुकी। 2-3 जंगां ऑलरेडी चलदियां ने, ते ये इलाका जिहड़ा तुहाडा है इहदे उत्ते दुनिया दियां इंडिया दियां सारियां दियां ही नज़रां ने। तुहाडे पानी करके, तुहाडी मिट्टी करके, ते जिस तरह के मनुख इत्थे वसदे ने गुणां वाले, उन्हां करके इस इलाके ते हरेक की इच्छा है कि ये साडे कोल होए। तो बहुत सारी उथल पुथल होनी, उहदे करके असीं जिहड़ियां बहुत छोटियां छोटियां गल्लां करदे हां इत्थे पंजाब दा जां होर छोटे मोटे राज, उहदे नाल बहुत वड्डियां प्राप्तियां दा समां आउण वाला। सो जो गुरु गोबिंद सिंह पातशाह का बचन है, अज पातशाह का दिहाड़ा, उन्होंने 52 बचनों चो एक बचन ये सीगा कि राजनीति ही पढ़नी। जो अज राजनीति चल रही है उन्होंने समझण का पढ़न का समा है। जे अज जो राजनीति चल रही उन्होंने समझ पढ़ लवांगे तो आने वाले दिन साडे ते साडियां नस्लों के सुखाले होणगे। सो अंत दे विच मैं संगत दे कोलों खिमा मंगदा। वाहिगुरू जी का खालसा, वाहिगुरू जी की फतेह।